ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਬੜੀ ਆਲਮੀ ਖਬਰ ਤੇ ਜਿਹੜੀ ਪਾਕਿਸਤਾਨ ਦੀ ਸਿਆਸਤ, ਸਫਾਰਤ ਤੇ ਖਿੱਤੇ ਦੀ ਸਾਰੀ ਸੂਰਤ-ਹਾਲ ਤੇ ਕਾਫੀ ਗਹਿਰਾ ਅਸਰ ਰੱਖਦੀ ਹੈ। ਗੱਲ ਹੋ ਰਹੀ ਹੈ ਅਮਰੀਕੀ ਸਦਰ ਡੋਨਾਲਡ ਟਰੰਪ ਦੀ, ਜਿਹੜੇ 18 ਸਤੰਬਰ ਨੂੰ ਭਾਰਤ ਦੇ ਵਿੱਚ ਹੋਣ ਵਾਲੀ ਇੱਕ ਬੈਨ ਅਲ-ਅਕਵਾਮੀ ਕਾਨਫਰੰਸ ਵਿੱਚ ਸ਼ਿਰਕਤ ਵਾਸਤੇ ਆ ਰਹੇ ਨੇ। ਠੀਕ ਹੈ, ਔਰ ਇਹ ਸਾਰੀ ਸੂਰਤ-ਹਾਲ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਮੌਜੂਦ ਨੇ ਸਾजिद ਤਾरड़, जो कि साबिक मुशीर ने डोनाल्ड ट्रंप ਤੇ ਇਹਨਾਂ ਕੋਲੋਂ ਡਾਇਰੈਕਟ ਜਾਣਦੇ ਹਾਂ ਕਿ ਸਾਨੂੰ ਸਿਰਫ ਇਹ ਦੱਸੋ साजिद साहब, ਤੁਹਾਨੂੰ ਵੈਲਕਮ ਕਰਦੇ ਆਪਣੇ ਸ਼ੋਅ ਦੇ ਵਿੱਚ, ਕਿ ਡੋਨਾਲਡ ਟਰੰਪ ਆ ਰਹੇ ਨੇ ਕਿ ਨਹੀਂ ਆ ਰਹੇ। ਵੇਖੋ, ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਕਿ ਤੁਸੀਂ ਪੰਜਾਬੀ ਜ਼ਬਾਨ ਇੰਨੀ ਸੋਹਣੀ ਬੋਲਦੇ ਹੋ। ਖਾਸ ਕਰ ਮੇਰਾ ਆਪਣਾ ਤਲਕ ਪਾਕਿਸਤਾਨ ਮੰਡੀ ਬਹੁਦਿਨ ਤੋਂ ਹੈ ਤੇ ਪੰਜਾਬੀ ਮੇਰੀ ਮਾਦਰੀ ਜ਼ਬਾਨ ਹੈ। ਸਭ ਤੋਂ ਪਹਿਲੇ ਤਾਂ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਔਰ ਮੈਂ ਤੁਹਾਡੇ ਸ਼ੋਅ ਨੂੰ ਮੁਸਲਸਲ ਵਾਚ ਕਰਨਾ। ਅੱਛਾ, ਦੱਸਣਾ ਇਹ ਚਾਹਾਂਗਾ ਕਿ ਡੋਨਾਲਡ ਟਰੰਪ ਸਾਹਿਬ ਜਿਹੜੇ ਨੇ, ਉਹਨਾਂ ਦਾ ਇਰਾਦਾ ਸੀ ਪਹਿਲੇ ਕੁਆਡ ਤੇ ਜਾਣ ਦਾ। ਉੱਥੇ ਉਹ ਅਜੇ ਫਿਲਹਾਲ ਜਿਹਦੇ ਬਾਰੇ ਜਿਹਦੇ ਰਿਲੇਟਿਡ ਇਹ ਸਾਰੀ ਖਬਰ ਨਿਕਲੀ ਹੈ, ਲੇਕਿਨ ਉਹ ਕੁਆਡ 'ਚ ਉਹਨਾਂ ਜਾਣ ਦਾ ਪ੍ਰੋਗਰਾਮ ਕੋਈ ਨਹੀਂ ਸੀ। ਕੁਆਡ ਆਪਣੀ ਐਫੀਸ਼ੀਐਂਸੀ, ਆਪਣੀ ਇੰਪੋਰਟੈਂਸ ਜਿਹੜੀ ਉਹ ਲੂਜ਼ ਕਰ ਚੁੱਕਿਆ ਹੈ। ਤੁਸੀਂ ਵੇਖਿਆ ਹੋਣਾ ਕਿ ਇਸ 10 ਮਈ ਤੋਂ ਪਹਿਲੇ ਇਹਨੂੰ ਇੰਡੋ ਪੈਸੀਫਿਕ ਕਿਹਾ ਜਾਂਦਾ ਸੀ, ਹੁਣ ਇਹਨੂੰ ਏਸ਼ੀਆ ਪੈਸੀਫਿਕ ਜਾਂ ਕੋਈ ਹੋਰ ਨਾਂ ਦੇ ਦਿੱਤਾ ਗਿਆ। JD ਵਾਇਸ ਸਾਹਿਬ ਦਾ ਪ੍ਰੋਗਰਾਮ ਜਾਣੇ ਦਾ ਹੈ। ਡੋਨਾਲਡ ਟਰੰਪ ਸਾਹਿਬ ਦਾ ਪ੍ਰੋਗਰਾਮ 17 ਤੋਂ 19 ਇੰਗਲੈਂਡ ਜਾਣਗੇ ਆਪਣੀ ਵਾਈਫ ਦੇ ਨਾਲ। ਅੱਛਾ, ਲੇਕਿਨ ਇਹ ਜ਼ਰੂਰ ਕਹਾਂਗਾ ਕਿ ਇਸ ਟਾਈਮ ਪਾਕਿਸਤਾਨ US ਰਿਲੇਸ਼ਨਸ਼ਿਪ ਦੇ ਆਰ ਐਟ ਦਾ ਬੈਸਟ। ਸਾਡੇ ਆਰਮੀ ਚੀਫ ਸਾਹਿਬ ਆਏ ਸਨ, ਉਹਨਾਂ ਦਾ ਬੜਾ ਜ਼ਬਰਦਸਤ ਇੱਥੇ ਇਸਤਕਬਾਲ ਕੀਤਾ ਗਿਆ। ਡੋਨਾਲਡ ਟਰੰਪ ਸਾਹਿਬ ਫਿਊਚਰ 'ਚ ਜਾਣਗੇ ਜ਼ਰੂਰ, ਔਰ ਅਗਰ ਉਹਨਾਂ ਦਾ ਇੰਡੀਆ ਜਾਣ ਦਾ ਪ੍ਰੋਗਰਾਮ ਹੋਇਆ ਤਾਂ ਲਾਜ਼ਮੀ ਪਾਕਿਸਤਾਨ ਜਾਣਗੇ, ਜਸਟੀਫਾਈ ਕਰਨਗੇ, ਬੈਲੈਂਸ ਕਰਨਗੇ ਆਪਣੇ ਰਿਲੇਸ਼ਨਸ਼ਿਪ। ਔਰ ਇਹ ਮੈਂ ਸਮਝਦਾ ਜਾਰਜ ਬੁਸ਼ ਜੂਨੀਅਰ ਜਿਹੜੇ ਸਨ, ਉਸ ਤੋਂ ਬਾਅਦ ਪਹਿਲਾ ਕੋਈ ਪ੍ਰੈਜ਼ੀਡੈਂਟ ਜਿਹੜਾ ਉਹ ਪਾਕਿਸਤਾਨ ਜਾਏਗਾ। ਲੇਕਿਨ ਇਹ ਕਿ ਸੋਚਿਆ ਜਾ ਸਕਦਾ ਕਿ ਜਾਣਗੇ, ਲੇਕਿਨ ਇਹ ਕਿ ਫਿਲਹਾਲ ਕੋਈ ਡੇਟਸ ਦੇ ਹੈਵਨ ਬੀਨ ਅਨਾਉਂਸਡ। ਸਾਡੇ अच्छा साजिद साहब, अगर डेट कोई अनाउंस नहीं हुई तो फिर बहुत सारे ਵੱਡੇ ਵੱਡੇ ਨਿੱਜੀ ਚੈਨਲਸ ਨੇ ਜਿਨ੍ਹਾਂ ਨੇ ਡੋਨਾਲਡ ਟਰੰਪ ਦੇ ਪਾਕਿਸਤਾਨ ਆਉਣ ਦੀਆਂ ਖਬਰਾਂ ਵੀ ਚਲਾਈਆਂ ਨੇ, ਤੇ ਕਿ ਇਹ ਆਉਣ ਦੀ ਖਬਰ ਕੋਈ ਕਨਸਪੀਰੇਸੀ ਥਿਊਰੀ ਦਾ ਹਿੱਸਾ ਤਾਂ ਨਹੀਂ ਹੈਗੀ? ਨਹੀਂ, ਮੇਰੇ ਖਿਆਲ 'ਚ ਵੇਖੋ, ਸਭ ਤੋਂ ਪਹਿਲੇ ਖਬਰ ਜਿਹੜੀ ਸੀ ਆਜ਼ਾਦ ਸਈਦ ਸਾਹਿਬ ਨੇ ਜੀਓ ਵਾਲਿਆਂ ਨੇ ਦਿੱਤੀ, ਔਰ ਬੜੇ ਮੰਝੇ ਉਹ ਜਰਨਲਿਸਟ ਨੇ। ਮੇਰਾ ਖਿਆਲ ਹੈ ਸ਼ਾਇਦ ਉਹਨਾਂ ਨੂੰ ਕੋਈ ਮਿਸ ਕੈਲਕੂਲੇਸ਼ਨ ਹੋਈ ਹੋਏ, ਕਿਉਂਕਿ ਰੂਮਰਸ ਇੱਥੇ ਇਹ ਸਨ ਕਿ ਊਸ਼ਾ ਵੈਂਸ ਜਿਹੜੇ ਕਿ JD ਵੈਂਸ ਉਹ ਜਾਣਗੇ ਇੰਡੀਆ, ਉਹਨੂੰ ਇੰਡੀਆ ਬੜੀ ਹਾਈ ਪਿਕ ਦੇ ਰਿਹਾ। ਸ਼ਾਇਦ ਉਹਦੇ ਵਾਸਤੇ ਕੋਈ ਉਹਨਾਂ ਨੂੰ ਮਿਸ ਕੈਲਕੂਲੇਸ਼ਨ ਹੋਈ ਹੋਵੇ, ਲੇਕਿਨ ਮੈਂ ਨਹੀਂ ਸਮਝਦਾ। ਅੱਜ ਉਹਨਾਂ ਨੇ ਤਰਦੀਦ ਟਵੀਟ ਦੇ ਜ਼ਰੀਏ ਕੀਤੀ ਹੈ ਆਜ਼ਾਦ ਸਈਦ ਸਾਹਿਬ ਨੇ। ਜੀਓ ਨੇ ਵੀ ਇਸ ਖਬਰ ਨੂੰ ਜਿਹੜਾ ਉਹਨੇ ਕਿਹਾ ਕਿ ਵੀ ਸਾਰੀ, ਉਹਨਾਂ ਨੇ ਵੀ ਸਾਰੀ ਕਿਹਾ। ਲੇਕਿਨ ਇਹ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਟਾਈਮ ਪਾਕਿਸਤਾਨ US ਰਿਲੇਸ਼ਨਸ਼ਿਪ ਦੇ ਆਰ ਐਟ ਦ ਬੈਸਟ। ਇਸ ਟਾਈਮ ਪਾਕਿਸਤਾਨ ਮੇਰੇ ਖਿਆਲ 'ਚ ਇਨ ਦਾ ਫਿਊਚਰ ਦੇ ਵਿੱਚ ਚਾਈਨਾ ਤੇ ਅਮਰੀਕਾ ਦੇ ਵਿਚਕਾਰ ਬ੍ਰਿਜ ਬਣੇਗਾ। ਪਾਕਿਸਤਾਨ ਇਸ ਟਾਈਮ ਦੇ ਆਰ ਆਫਟਰ 10 ਮਈ ਤੋਂ ਬਾਅਦ ਇਸ ਨਿਊ ਪਾਕਿਸਤਾਨ, ਨਿਊ ਲੀਡਰਸ਼ਿਪ। ਪਾਕਿਸਤਾਨ ਨੂੰ ਜਿਹੜੀ ਇੱਕ ਖੁਸ਼ਖਬਰੀ ਹੈ, ਇੱਕ ਵਲਵਲਾ ਜੋਸ਼ ਮਿਲਣਾ ਸੀ, ਉਹ ਮਿਲ ਚੁੱਕਿਆ ਹੈ। ਨਾਓ ਦਾ ਪਾਕਿਸਤਾਨ ਇਜ਼ ਨਾਟ ਸਟਾਪੇਬਲ ਫਿਊਚਰ। ਇਹੀ ਤਾਂ ਮੈਂ ਜਾਨਣਾ ਚਾਹ ਰਹੀ ਹਾਂ ਕਿ ਪਾਕਿਸਤਾਨ ਜਿਹੜਾ ਨਾ ਉਹ ਅਨਸਟਾਪੇਬਲ ਜਿਹੜਾ ਨਾ ਹੋਇਆ ਪਿਆ ਹੈ। ਹੁਣ ਤੁਸੀਂ ਸਾਡੇ ਹੱਥੇ ਤਾਂ ਤੁਸੀਂ ਚਾੜੀ ਗਏ ਹੋ ਵੈਸੇ, ਔਰ ਅੰਦਰ ਦੀਆਂ ਗੱਲਾਂ ਅਸੀਂ ਤੁਹਾਡੇ ਕੋਲੋਂ ਜਾਣਨ ਦੀ ਪੂਰੀ ਕੋਸ਼ਿਸ਼ ਵੀ ਕਰਾਂਗੇ। ਠੀਕ ਹੈ, ਇਹ ਦੱਸੋ ਕਿ ਇਹ ਅਚਾਨਕ ਜਿਹੜਾ ਸੌਫਟ ਜਿਹੜਾ ਇਮੇਜ ਹੈ ਡੋਨਾਲਡ ਟਰੰਪ ਦੀ ਤਰਫੋਂ ਜਾਂ ਅਮਰੀਕਾ ਵੱਲੋਂ ਪਾਕਿਸਤਾਨ ਵਾਸਤੇ ਵਿਖਾਇਆ ਜਾ ਰਿਹਾ ਹੈ, ਇਸ ਤੋਂ ਪਹਿਲੇ ਕਾਫੀ ਕੋਲਡ ਕਿਸਮ ਦੇ ਜਿਹੜਾ ਨਾ ਉਹ ਰਿਲੇਸ਼ਨਸ਼ਿਪ ਸੀ ਪਾਕਿਸਤਾਨ ਦੇ ਅਮਰੀਕਾ ਦੇ ਨਾਲ। ਇਹ ਅਚਾਨਕ ਇਸ ਤਬਦੀਲੀ ਦੀ ਵਜ੍ਹਾ ਕੀ ਹੈ? ਇੰਨਾ ਪਿਆਰ, ਇੰਨੀ ਮੁਹੱਬਤ ਔਰ ਖਾਣੇ ਛਾਣੇ ਤੇ ਦਾਵਤਾਂ, ਇਹ ਚੱਲ ਕੀ ਰਿਹਾ? ਵੈਸੇ ਅੰਦਰ ਦੀ ਅਪਡੇਟ ਦਿਓ। ਦੇਖੋ, ਅੰਦਰ ਦੀ ਅਪਡੇਟ ਇਹ ਦਿਆਂਗਾ ਕਿ ਪਿਛਲੇ 12 ਸਾਲ ਡੈਮੋਕ੍ਰੇਟ ਪਾਰਟੀ ਦੇ ਸਨ। ਡੈਮੋਕ੍ਰੇਟ ਪਾਰਟੀ ਤੋਂ ਪਹਿਲੇ ਭਾਰਤ ਵਾਲੇ ਪਾਸੇ ਝੁਕਾਓ ਜਿਹੜਾ ਸੀ ਅਮਰੀਕਾ ਦਾ, ਉਹਦਾ ਫਾਊਂਡਰ ਬਿਲ ਕਲਿੰਟਨ ਸਨ। ਦੂਜੀ ਸਭ ਤੋਂ ਜ਼ਿਆਦਾ ਉਹਨਾਂ ਨੂੰ ਤਕਵੀਅਤ ਮਿਲੀ ਬਰਾਕ ਓਬਾਮਾ ਪੀਰੀਅਡ 'ਚ। ਉਹਨਾਂ ਨਾਲ ਪਾਰਟਨਰ ਦਾ ਟਾਈਟਲ ਦੇ ਦਿੱਤਾ ਗਿਆ, ਔਰ ਉਹਨਾਂ ਨੇ ਆਪਣੇ ਸਾਰੇ ਅੰਡੇ ਜਿਹੜੇ ਨੇ ਇੱਕ ਬਾਸਕਟ 'ਚ ਡਾਲ ਦਿੱਤੇ। ਉਹਦੀ ਵਜ੍ਹਾ ਇਹ ਸੀ, ਉਸ ਸਮਝਦੇ ਸਨ ਕਿ ਚਾਈਨਾ ਦੇ ਖਿਲਾਫ ਸਾਡੇ ਇੰਟਰਸਟ ਨੂੰ ਇੰਡੀਆ ਪ੍ਰੋਟੈਕਟ ਕਰੇਗਾ। ਔਰ ਇੰਡੀਆ ਨੇ 12 ਸਾਲ, 8 ਸਾਲ ਓਬਾਮਾ ਦੇ, 4 ਸਾਲ ਬਾਈਡਨ ਦੇ ਭਰਪੂਰ ਫਾਇਦਾ ਉਠਾਇਆ। ਵੀਕ ਫਾਰਨ ਪਾਲਿਸੀ ਸੀ ਅਮਰੀਕਾ ਦੀ, ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਬੈਲੈਂਸ ਕੀਤੀ ਜਾਏ। ਔਰ ਦੂਸਰਾ ਉਹਦਾ ਰੈਫਰੈਂਸ ਇਹ ਦੇਣਾ ਚਾਹਾਂਗਾ ਕਿ ਤੁਸੀਂ ਇਹ ਵੇਖਿਆ ਹੋਏਗਾ, ਜਦੋਂ ਵੀ ਵਾਈਟ ਹਾਊਸ ਦੇ ਵਿੱਚ ਇੱਕ ਰਿਪਬਲਿਕਨ ਸਦਰ ਹੁੰਦਾ, ਪਾਕਿਸਤਾਨ ਨੂੰ ਹਮੇਸ਼ਾ ਇੰਪੋਰਟੈਂਸ ਦਿੱਤੀ ਜਾਂਦੀ। ਸਾਡੇ ਅਮਰੀਕਾ ਦੇ ਨਾਲ ਰਿਲੇਸ਼ਨਸ਼ਿਪ ਪਾਕਿਸਤਾਨ ਦੇ 1947 ਤੋਂ ਨੇ, ਡਿਫੈਂਸ ਰਿਲੇਸ਼ਨਸ਼ਿਪ ਨੇ, ਜਿਓ ਪੋਲੀਟੀਕਲ ਰਿਲੇਸ਼ਨਸ਼ਿਪ ਨੇ, ਅਫਗਾਨਿਸਤਾਨ ਦੇ ਹਵਾਲੇ ਨਾਲ, ਚਾਈਨਾ ਦੇ ਨਾਲ ਬਾਰਡਰ ਦੇ ਹਵਾਲੇ ਨਾਲ, ਈਰਾਨ ਦੇ ਬਾਰਡਰ ਦੇ ਹਵਾਲੇ ਨਾਲ। ਤੋ ਇਸ ਵਾਸਤੇ ਜਿਸ ਟਾਈਮ ਡੋਨਾਲਡ ਟਰੰਪ ਸਾਹਿਬ ਵਾਈਟ ਹਾਊਸ 'ਚ ਆਏ ਨੇ, ਉਹਨਾਂ ਦੀ ਪਿਛਲੀ ਵਾਰੀ ਵੀ ਜਿਹੜੀ ਉਹਨਾਂ ਦਾ ਡਾਕਟਰਨ ਸੀ
ਅਚੀਵਿੰਗ ਪੀਸ ਥਰੂ ਸਟਰੈਂਥ, ਤੇ ਉਹਦਾ ਮਤਲਬ ਇਹ ਹੁੰਦਾ ਕਿ ਪੈਂਟਾਗਨ ਨੂੰ ਸਟਰੋਂਗ ਕੀਤਾ ਜਾਏਗਾ। ਉਹਨਾਂ ਨੇ ਪੈਂਟਾਗਨ ਨੂੰ ਵਾਕਈ ਸਟਰੋਂਗ ਕੀਤਾ, ਸਪੇਸ ਫੋਰਸ ਨੂੰ ਕ੍ਰੀਏਟ ਕੀਤਾ। ਜਿਸ ਟਾਈਮ ਤੁਸੀਂ ਪੈਂਟਾਗਨ ਨੂੰ ਸਟਰੋਂਗ ਕਰਦੇ ਹੋ, ਉਹਦੇ ਨਾਲ ਹੀ ਫਾਰਨ ਪਾਲਿਸੀ ਨੂੰ ਤੁਸੀਂ ਵੇਖਦੇ ਹੋ, ਆਪਣੇ ਐਲਾਈਜ਼ ਨੂੰ ਵੇਖਦੇ ਹੋ, ਆਪਣੇ ਐਸੈਟਸ ਨੂੰ ਵੇਖਦੇ ਹੋ। ਸੋ ਥੀਸ ਆਰ ਦਾ ਫੰਡਾਮੈਂਟਲ ਰੀਜ਼ਨਸ। ਔਰ ਉਸ ਤੋਂ ਬਾਅਦ ਤੁਹਾਨੂੰ ਦੱਸਣਾ ਗੱਲ, ਸਭ ਤੋਂ ਵੱਡੀ ਗੱਲ ਹੈ ਡੋਨਾਲਡ ਟਰੰਪ ਸਾਹਿਬ ਦੀ। ਹੀ ਇਜ਼ ਨਾਟ ਅ ਟ੍ਰੈਡੀਸ਼ਨਲ ਪੋਲੀਟੀਸ਼ੀਅਨ। ਉਹਨਾਂ ਨੇ ਆਪਣੇ ਪਹਿਲੇ 4 ਸਾਲ ਦੇ ਵਿੱਚ ਆ ਕੇ ਕਸ਼ਮੀਰ ਦੇ ਬਾਰੇ ਸਾਲਸੀ ਦੀ ਬਗੈਰ ਕਿਸੇ ਕੋਸ਼ਿਸ਼ ਤੋਂ ਆਫਰ ਕੀਤੀ। ਫਿਰ ਇੰਡੀਆ ਜਾਂਦੇ ਰਹੇ ਤੇ ਪਾਕਿਸਤਾਨ ਦਾ ਜ਼ਿਕਰ ਕਰਦੇ ਰਹੇ। ਪਾਕਿਸਤਾਨ ਦੇ ਵਜ਼ੀਰ ਆਜ਼ਮ ਨੂੰ ਉਹਨਾਂ ਨੇ ਭਰਪੂਰ ਇੱਥੇ ਰਿਸੈਪਸ਼ਨ ਦਿੱਤੀ ਆਪਣੇ ਪਿਛਲੇ 4 ਸਾਲ 'ਚ, ਵਰਸਸ ਬਾਈਡਨ ਦੇ ਪੀਰੀਅਡ 'ਚ ਸਾਡੇ ਵਜ਼ੀਰ ਆਜ਼ਮ ਸਾਹਿਬ ਇੱਕ ਕਾਲ ਟਵੀਟ ਦਾ ਇੰਤਜ਼ਾਰ ਹੀ ਕਰਦੇ ਰਹੇ। ਲੇਕਿਨ ਡੋਨਾਲਡ ਟਰੰਪ ਇਜ਼ ਅ ਡਿਫਰੈਂਟ ਪ੍ਰੈਜ਼ੀਡੈਂਟ, ਖਾਸ ਕਰ ਡਿਪਲੋਮੈਟਿਕ ਨੋਰਮਸ ਤੋਂ ਹਟ ਕੇ ਡਾਇਰੈਕਟ ਕਾਲਾਂ ਕਰਦੇ ਨੇ, ਚਾਹੇ ਪੁਟਨ ਹੋਣ, ਚਾਹੇ ਪ੍ਰੈਜ਼ੀਡੈਂਟ ਸ਼ੀ ਹੋਣ, ਚਾਹੇ ਹੋਤੀਆਂ ਨਾਲ ਡੀਲ ਕਰ ਲੈਣ ਸਿੱਧੀ ਫੋਨ ਕਰਕੇ, ਚਾਹੇ ਹਮਾਸ ਨੂੰ ਤੁਹਾਡੀ ਦੇਖੋ ਸਾਜਿਦ ਸਾਹਿਬ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਵੈਸੇ ਕਿ ਪਾਕਿਸਤਾਨ ਦੇ ਤੇ ਅਮਰੀਕਾ ਦੇ ਤਾਲੁਕਾਤ ਜਿਹੜੇ ਨੇ ਉਹ ਬਿਹਤਰ ਹੋਣਾ ਸਫਾਰਤੀ ਸਤਹ ਤੇ ਵੀ ਬਹੁਤ ਜ਼ਿਆਦਾ ਫਾਇਦਾਮੰਦ ਹੋ ਸਕਦਾ ਵੈਸੇ। ਲੇਕਿਨ ਇਹ ਵੀ ਗੱਲ ਮੇਰੇ ਦੇਖਣ ਵਾਲਿਆਂ ਨੂੰ ਕਲੀਅਰ ਕਰਿਓ ਕਿ ਇਹ ਜਸਟ ਹਲਕੀ ਫੁਲਕੀ ਡੇਟ ਚੱਲਦੀ ਪਈ ਹੈ, ਜਾਂ ਹਲਕਾ ਫੁਲਕਾ ਰੋਮਾਂਸ ਚੱਲਦਾ ਪਿਆ, ਜਾਂ ਇੱਕ ਪ੍ਰੋਪਰ ਪਾਕਿਸਤਾਨ ਦਾ ਤੇ ਅਮਰੀਕਾ ਦਾ ਰਿਲੇਸ਼ਨਸ਼ਿਪ ਬਿਲਡਅਪ ਹੋ ਕੇ ਲੌਂਗ ਟਰਮ ਪੀਰੀਅਡ ਵਾਸਤੇ ਚੱਲੇਗਾ? ਵੇਖੋ, 2 ਚੀਜ਼ਾਂ ਅਰਜ਼ ਕਰਨਾ ਚਾਹਾਂਗਾ। ਇੱਕ ਤੇ ਤੁਸੀਂ ਵੇਖਿਆ ਹੋਣਾ ਕਿ ਅਫਗਾਨਿਸਤਾਨ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਅਸਲਾ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਛੱਡ ਕੇ ਆਏ ਸਨ, ਡੋਨਾਲਡ ਟਰੰਪ ਸਾਹਿਬ ਹਮੇਸ਼ਾ ਉਹਦੀ ਵਜ੍ਹਾ ਤੋਂ ਪਰੇਸ਼ਾਨ ਸਨ। ਆਪਣੀ ਕੰਪੇਨ ਦੇ ਵਿੱਚ ਮੁਸਲਸਲ ਉਹ ਕਹਿੰਦੇ ਰਹਿਣ ਕਿ ਅਸਲਾ ਉਹ ਜਾਂ ਅਸੀਂ ਵਾਪਸ ਲਵਾਂਗੇ, ਜਾਂ ਜਿਸ ਤਰ੍ਹਾਂ ਵੀ। ਉਹਨਾਂ ਨੂੰ ਪਤਾ ਸੀ ਕਿ ਉਹ ਅਸਲਾ ਜਿਹੜਾ ਇਸ ਰੀਜਨ ਦੇ ਵਿੱਚ ਅਮਰੀਕਾ ਦੇ ਤੇ ਇਸ ਰੀਜਨ ਦੇ ਵਿੱਚ ਪਾਕਿਸਤਾਨ ਬਿਲਖਸੂਸ ਔਰ ਉਸ ਤੋਂ ਬਾਅਦ ਈਰਾਨ ਦੇ ਖਿਲਾਫ ਇਸਤੇਮਾਲ ਹੋਏਗਾ। ਇੱਕ ਤੇ ਸਭ ਤੋਂ ਵੱਡੀ ਰੀਜ਼ਨ ਹੋਏ। ਦੂਸਰਾ, ਤੁਸੀਂ 10 ਮਈ ਨੂੰ ਇਹ ਪ੍ਰੂਵ ਕੀਤਾ ਕਿ ਤੁਸੀਂ ਕਿਸੇ ਵੀ ਦੂਜੇ ਵੱਡੇ ਮੁਲਕ ਦੇ ਇਨਫਲੂਐਂਸ ਨੂੰ ਐਕਸੈਪਟ ਨਹੀਂ ਕਰੋਗੇ। ਯੂ ਆਰ ਅ ਲਾਈਵ ਨੇਸ਼ਨ, ਯੂ ਅ ਸਟਰੋਂਗ ਨੇਸ਼ਨ। ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਦੁਨੀਆ ਨੂੰ ਇਹ ਬਾਵਰ ਕਰਾਇਆ, ਯਕੀਨ ਦਿੱਤਾ ਕਿ ਵੀ ਆਰ ਦ ਨੇਸ਼ਨ ਐਂਡ ਵੀ ਕੈਨ ਪ੍ਰੋਟੈਕਟ ਆਵਰਸੈਲਫ। ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਮੁਖਤਲਿਫ ਮੁਲਕਾਂ ਦੀ ਡਿਫੈਂਸ ਜਿਹੜੇ ਇਕਵਿਪਮੈਂਟਸ ਹਨ, ਉਹਨਾਂ ਨੂੰ ਜਿਸ ਤਰੀਕੇ ਨਾਲ ਤੁਸੀਂ ਇੰਟੀਗ੍ਰੇਟ ਕਰਕੇ you defended yourself, ਮੈਂ ਸਮਝਦਾ ਇਟਸ ਰਿਮਾਰਕੇਬਲ। ਤੁਸੀਂ ਵੇਖਿਆ ਹੋਣਾ ਕਿ ਸਾਡੇ 에ਅਰ ਮਾਰਸ਼ਲ ਸਾਹਿਬ ਨੂੰ ਮੁਖਤਲਿਫ ਮੁਲਕਾਂ 'ਚੋਂ ਚਾਈਨਾ ਗਏ ਨੇ, ਅਮਰੀਕਾ ਗਏ ਨੇ। ਇਸ ਟਾਈਮ ਪਾਕਿਸਤਾਨ ਦੀ ਜਿਹੜੀ ਤੁਸੀਂ ਆਪਣੇ ਉੱਥੇ ਜਹਾਜ਼ ਬਣਾ ਰਹੇ ਹੋ, ਉਹਨਾਂ ਦੇ ਬੰਦੇ ਇੰਟਰਸਟਿਡ ਨੇ। ਪੀਪਲ, ਯੂ ਹੈਵ ਕਮ ਟੂ ਦਾ ਮੈਪ ਅਗੇਨ, ਮੈਟਰ ਆਫ ਫੈਕਟ। ਔਰ ਇਹਦਾ ਕ੍ਰੈਡਿਟ ਸਭ ਤੋਂ ਜ਼ਿਆਦਾ ਸਾਡੇ ਫੀਲਡ ਮਾਰਸ਼ਲ ਸਾਹਿਬ ਨੂੰ ਜਾਂਦਾ। ਉਹਨਾਂ ਦਾ ਦੌਰਾ ਬੜਾ ਕਾਮਯਾਬ ਸੀ, ਔਰ ਮੇਰੇ ਖਿਆਲ ਦੇ ਵਿੱਚ ਅੱਗੇ ਫਿਊਚਰ ਦੇ ਵਿੱਚ ਤੁਸੀਂ ਵੇਖੋਗੇ ਕਿ ਪਾਕਿਸਤਾਨ ਜਿਹੜਾ ਉਹ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਰੋਲ ਅਦਾ ਕਰੇਗਾ ਅਮਰੀਕਾ, ਚਾਈਨਾ, ਈਰਾਨ, ਅਫਗਾਨਿਸਤਾਨ ਦੇ ਹਵਾਲੇ ਨਾਲ ਉਸ ਰੀਜਨ 'ਚ। ਔਰ ਮੈਂ ਸਮਝਦਾ ਕਿ ਫਿਊਚਰ ਬਿਲੋਂਗ ਟੂ ਯੂ ਨਾਓ। ਬਿਲਕੁਲ ਸਹੀ ਜੀ, ਪੋਜ਼ਿਟਿਵ ਕਿਰਦਾਰ ਅਦਾ ਕਰੇਗਾ। ਅੱਛਾ, ਇੱਕ ਹੋਰ ਚੀਜ਼ ਮੈਂ ਤੁਹਾਡੇ ਕੋਲ ਪੁੱਛਣੀ ਹੈ। ਤੁਹਾਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਹੋਏਗਾ ਕਿ ਪਾਕਿਸਤਾਨ ਦੇ ਵਿੱਚ ਇੱਕ ਬੜੀ ਮਕਬੂਲ ਸਿਆਸੀ ਜਮਾਤ ਹੈ ਜਿਹਨੇ ਇਹ ਉਮੀਦਾਂ ਲਾ ਕੇ ਰੱਖੀਆਂ ਹੋਈਆਂ ਸੀ ਕਿ ਤੁਸੀਂ ਇੱਕ ਮੂਵੀ ਦਾ ਡਾਇਲੌਗ ਸੁਣਿਆ ਹੋਏਗਾ ਵੈਸੇ ਕਿ ਮੇਰੇ ਕਰਨ ਅਰਜੁਨ ਆਏਂਗੇ, ਮੇਰੇ ਕਰਨ ਅਰਜੁਨ ਆਏਂਗੇ। ਤੇ ਉਹ ਕਰਨ ਅਰਜੁਨ ਤਾਂ ਖੈਰ ਇਹਨਾਂ 'ਚੋਂ ਕਰਨ ਹੀ ਸੀ ਵੈਸੇ, ਡੋਨਾਲਡ ਟਰੰਪ ਸਾਹਿਬ। ਠੀਕ ਹੈ ਕਿ ਡੋਨਾਲਡ ਟਰੰਪ ਸਾਹਿਬ ਆਣਗੇ ਤੇ ਮੁਰਸ਼ਦ ਜੀ ਨੂੰ ਬਾਹਰ ਕੱਢ ਕੇ ਲੈ ਆਣਗੇ, ਕਿਉਂਕਿ ਉਹਨਾਂ ਦੀ ਆਪਸ 'ਚ ਦੋਸਤੀ ਬਹੁਤ ਜ਼ਿਆਦਾ ਹੈ। ਹੁਣ ਇਹ ਅੰਦਰ ਦੀਆਂ ਖਬਰਾਂ ਵੀ ਚੱਲ ਰਹੀਆਂ ਨੇ ਕਿ ਜੀ ਡੋਨਾਲਡ ਟਰੰਪ ਪਾਕਿਸਤਾਨ ਆ ਰਹੇ ਨੇ। ਕੀ ਡੋਨਾਲਡ ਟਰੰਪ ਪਾਕਿਸਤਾਨ ਦੇ 에ਅਰਪੋਰਟ ਤੇ ਆ ਕੇ ਸਿੱਧਾ ਅਡਿਆਲਾ ਵੱਲ ਜਾਣਗੇ ਤਾਂ ਕਿ ਅਡਿਆਲਾ ਦੀਆਂ ਹਵਾਵਾਂ ਵੀ ਕੁਝ ਚੇਂਜ ਹੋਣਗੀਆਂ ਜਾਂ ਨਹੀਂ ਹੋਣਗੀਆਂ? ਇਹ ਵੇਖੋ, ਇਹ ਚੀਜ਼ ਜਿਹੜੀ ਹੈ ਨਾ ਸਿਰਫ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਵੀਡੀਓ ਬਣਾਈ ਜਾ ਸਕਦੀ ਹੈ, ਇਸ ਤੋਂ ਇਲਾਵਾ ਨਹੀਂ। ਉਹਦੀ ਵਜ੍ਹਾ ਹੈ ਕਿ ਕੰਟਰੀਜ਼ ਜਿਹੜੇ ਨੇ, ਕੰਟਰੀਜ਼ ਨਾਲ ਰਿਲੇਸ਼ਨਸ਼ਿਪ ਹੁੰਦੇ ਨੇ, ਪਰਸਨਲ ਰਿਲੇਸ਼ਨਸ਼ਿਪ ਨਹੀਂ ਹੁੰਦੇ। ਤੁਸੀਂ ਵੇਖਿਆ ਹੋਣਾ ਕਿ ਡੋਨਾਲਡ ਟਰੰਪ ਸਾਹਿਬ ਨੇ ਤਕਲੀਫ ਹੀ ਨਹੀਂ ਕੀਤੀ ਇੱਕ ਟਵੀਟ ਵੀ ਕਰਨੇ ਦੇ ਬਾਰੇ 'ਚ। ਹਾਲਾਂਕਿ ਅੱਜ ਅਗਰ ਵੇਖਿਆ ਜਾਏ ਤਾਂ ਬ੍ਰਾਜ਼ੀਲ ਦਾ ਸਦਰ ਜਿਹੜਾ ਉਹਦੇ ਬਾਰੇ 'ਚੋਂ ਪਰੇਸ਼ਾਨ ਨੇ। ਉੱਥੇ ਉਹਨਾਂ ਨੂੰ ਇੱਕ ਕੰਜ਼ਰਵੇਟਿਵ ਸਦਰ ਪੁਰਾਣਾ ਉਹਨੂੰ ਤੰਗ ਕਰ ਰਹੇ ਨੇ, ਤੇ ਅੱਜ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਜ਼ਿਆਦਾ ਤੰਗ ਕਰੋਗੇ ਤੇ ਅਸੀਂ ਮੈਂ ਤੁਹਾਡੇ ਟੈਰਿਫ ਲਗਾਵਾਂਗਾ। ਲੇਕਿਨ ਇੱਥੇ ਮੈਨੂੰ ਇਹ ਦੱਸੋ ਗੱਲ, ਸਭ ਤੋਂ ਜ਼ਿਆਦਾ ਰਿਲੇਸ਼ਨਸ਼ਿਪ ਤੇ ਗੋਲਡਸਮਿਥ ਫੈਮਿਲੀ ਜਾਂ ਇੰਗਲੈਂਡ ਤੋਂ ਅੱਗੇ ਤੇ ਵਧੇ ਹੀ ਨਹੀਂ ਨਾ। ਔਰ ਤੀਸਰੀ ਐਸੀ ਕਿਹੜੀ ਗਿੱਦੜ ਸਿੰਘੀ ਇਮਰਾਨ ਖਾਨ ਸਾਹਿਬ ਕੋਲ ਜਿਹੜੀ ਅਮਰੀਕਾ ਨੂੰ ਸਿਰਫ ਉਹ ਹੀ ਦੇ ਸਕਦੇ ਨਹੀਂ? ਤੇ ਉਹ ਗਿੱਦੜ ਸਿੰਘੀ ਉਹ ਹੈਗੀ ਸੀ ਨਾ ਸਾਜਿਦ ਸਾਹਿਬ, ਉਹ ਗਿੱਦੜ ਸਿੰਘੀ ਹੈਗੀ ਸੀ। ਉਸੇ ਗਿੱਦੜ ਸਿੰਘੀ ਦਾ ਇਸਤੇਮਾਲ ਕਰਕੇ ਇਲੈਕਸ਼ਨ ਕੈਂਪੇਨ ਕੀਤੀ ਟਰੰਪ ਸਾਹਿਬ ਨੇ ਤੇ ਉਮੀਦਾਂ ਦਵਾਈਆਂ ਕਿ ਮੈਂ ਆਹ ਕੰਮ ਕਰੂੰਗਾ, ਲੇਕਿਨ ਉਹ ਕੰਮ ਨਹੀਂ ਕੀਤਾ। ਨਹੀਂ, ਉਹਨਾਂ ਨੇ ਬਿਲਕੁਲ ਇੱਕ ਵਾਰੀ ਵੀ। ਮੈਂ ਤਾਂ ਵੇਖੋ ਡੋਨਾਲਡ ਟਰੰਪ ਸਾਹਿਬ ਦੀ 3 ਕੈਂਪੇਨਸ ਦੇ ਵਿੱਚ ਆਫੀਸ਼ੀਅਲੀ ਕੰਮ ਕਰਦਾ ਰਿਹਾ। ਮੈਂ ਨਹੀਂ ਅੱਜ ਤੱਕ ਵੇਖਿਆ ਡੋਨਾਲਡ ਟਰੰਪ ਸਾਹਿਬ ਨੇ ਕਿਸੇ ਨੂੰ ਵਾਅਦਾ ਕੀਤਾ ਹੋਏ ਕਿ ਮੈਂ ਇਲੈਕਸ਼ਨ ਜਿੱਤਾਂਗਾ ਤੇ ਮੈਂ ਇਮਰਾਨ ਖਾਨ ਸਾਹਿਬ ਨੂੰ ਬਾਹਰ ਲੈ ਆਵਾਂਗਾ। ਔਰ ਦੂਜੀ ਗੱਲ ਇਹ ਕਿ ਇੱਥੇ ਚੰਦ ਡਾਕਟਰ ਪੈਸੇ ਇਕੱਠੇ ਕਰਕੇ ਨੇ 2-4 ਪੁਰਾਣੇ 80 ਸਾਲ ਦੇ ਕਾਂਗਰਸਮੈਨਾਂ ਕੋਲ ਟਵੀਟ ਕਰਾ ਲੈਂਦੇ ਨੇ। ਦੈਟ ਡਜ਼ ਨਾਟ ਮੈਟਰ ਕਿ ਫਾਰਨ ਪਾਲਿਸੀ ਦੇ ਵਿੱਚ ਉੱਤੇ ਉਹਨਾਂ ਦਾ ਕੋਈ ਅਸਰ ਉਹ ਕਰ ਸਕਦੇ ਹੋਣਗੇ।
This is ਲੇਕਿਨ a ਖਬਰਾਂ wrong ਇਹ ਵੀ conception. ਗਰਜਿਸ਼ ਕਰਦੀਆਂ ਰਹੀਆਂ ਨੇ ਕਿ ਪਾਕਿਸਤਾਨੀ ਨਯਾਦ ਜਿਹੜੇ ਅਮਰੀਕੀ ਡਾਕਟਰਸ ਨੇ ਉਥੇ ਉਹਨਾਂ ਨੂੰ ਕੋਈ ਯਕੀਨ ਦਹਾਨੀ ਕਰਾਈ ਗਈ ਸੀ। ਐਬਸੋਲੂਟਲੀ ਨਾਟ। ਉਹਦੀ ਵਜ੍ਹਾ ਇਹ ਉਹ ਮੈਂ ਉਹਨਾਂ ਡਾਕਟਰਾਂ ਸਭ ਨੂੰ ਜਾਣਨਾ, ਮੈਂ ਬਲਕਿ ਅਕਸਰ ਉਹਨਾਂ ਨੂੰ ਕਹਿੰਦਾ ਰਹਿਣਾ ਇਹ ਪਾਕਿਸਤਾਨ ਦੇ ਚੰਦ ਅੱਛਾ ਵੈਸੇ ਸਾजिद ਤਾਲੜ ਸਾਹਿਬ ਮੈਂ ਚਾਹਾਂਗੀ ਕਿ ਇੱਕ ਵਾਰੀ ਉਹ ਜੁਮਲਾ ਫਿਰ ਤੁਸੀਂ ਇਹ ਲਫ਼ਜ਼ ਬੋਲਿਓ, ਐਬਸੋਲੂਟਲੀ ਨਾਟ। ਬੜਾ ਸੋਹਣਾ ਲੱਗਿਆ ਤੁਹਾਡੇ ਮੂੰਹ ਦੇ ਉੱਤੇ। ਇਹ ਵੇਖੋ ਨਾ ਇਹ ਜੁਮਲਾ ਐਬਸੋਲੂਟਲੀ ਨਾਟ ਕਰ ਦਿਓ। ਐਬਸੋਲੂਟਲੀ ਨਾਟ, ਇਹਨਾਂ ਨੇ ਐਬਸੋਲੂਟਲੀ ਨਾਟ ਜਿਹੜਾ ਨਾ ਉਹਨੂੰ ਟ੍ਰੇਡਮਾਰਕ ਕਰਾ ਲਿਆ ਸੀ, ਪੇਟੈਂਟ ਕਰਾ ਲਿਆ ਸੀ, ਲੇਕਿਨ ਐਬਸੋਲੂਟਲੀ ਨਾਟ ਮੈਂ ਬਿਲਕੁਲ ਬਾਰ-ਬਾਰ ਕਹਾਂਗਾ ਕਿ ਐਬਸੋਲੂਟਲੀ ਨਾਟ। ਸਾਡੇ ਡੋਨਾਲਡ ਟਰੰਪ ਸਾਹਿਬ ਇਜ਼ ਨਾਟ ਇੰਟਰਸਟਿਡ ਇਨ ਦੈਟ ਪਾਰਟੀ। ਪਾਕਿਸਤਾਨ ਚ ਇੰਟਰਸਟ ਜ਼ਰੂਰ ਲੈਂਦੇ ਨੇ ਉਹ। ਪਾਕਿਸਤਾਨ ਇਜ਼ ਇਸ ਟਾਈਮ ਬੜਾ ਚੜ੍ਹਦੇ ਪਾਸੇ ਰਿਲੇਸ਼ਨਸ਼ਿਪਸ, ਲੇਕਿਨ ਇਹ ਖਬਰ ਉਡਾਣੀ ਕਿ ਉਹ ਇਤਨੇ ਪਰੇਸ਼ਾਨ ਨੇ ਕਿ ਚੀਆ ਸੀਡ ਲੱਭ ਰਿਹਾ ਉੱਥੇ, ਬੀਟ ਰੂਟ ਜੂਸ ਲੱਭ ਰਿਹਾ ਕਿ ਨਹੀਂ ਲੱਭ ਰਿਹਾ, ਐਬਸੋਲੂਟਲੀ ਨਾਟ। ਦੇयर इज ਨਥਿੰਗ ਟੂ ਡੂ ਵਿਦ ਇਟ। ਹਾਂ ਇਹ ਜ਼ਰੂਰ ਹੈ ਕਿ ਡੋਨਾਲਡ ਟਰੰਪ ਸਾਹਿਬ ਪਾਕਿਸਤਾਨ ਆਉਣਗੇ, ਡੇਟਾ ਅਜੇ ਕਨਫਰਮ ਨਹੀਂ, ਲੇਕਿਨ ਆਉਣਗੇ ਕਿਉਂਕਿ ਪਾਕਿਸਤਾਨ ਇਜ਼ ਪਲੇਇੰਗ ਅ ਕੀ ਰੋਲ ਇਨ ਦੈਟ ਰੀਜਨ ਨਾਓ। ਅੱਛਾ ਸਾजिद ਸਾਹਿਬ, ਮੁਆਸ਼ੀ ਤੌਰ ਤੇ ਪਾਕਿਸਤਾਨ ਤੇ ਅਮਰੀਕਾ ਦੇ ਤਾਲੁਕਾਤ ਜਿਹੜੇ ਨੇ ਉਹ ਪਾਕਿਸਤਾਨ ਵਾਸਤੇ ਕਿੰਨੇ ਫਾਇਦਾਮੰਦ ਹੋ ਸਕਦੇ ਨੇ? ਕਿਉਂਕਿ ਇੱਕ ਤਰਫ ਸਾਡੇ ਉੱਤੇ IMF ਜਿਹੜਾ ਬਰਡਨ ਹੈ ਉਹ ਵੀ ਬਰਕਰਾਰ ਹੈ। ਇਹ IMF ਤੋਂ ਆਪਣੀ ਜਾਨ ਛੋੜ ਸਕਦੀ ਹੈ ਜਾਂ ਨਹੀਂ ਛੋੜ ਸਕਦੀ? ਐਬਸੋਲੂਟਲੀ। ਮੇਰੇ ਖਿਆਲ ਚ ਤੁਹਾਨੂੰ ਅਰਜ਼ ਕਰਨਾ ਚਾਹਾਂਗਾ, ਸਾਡੇ ਆਰਮੀ ਚੀਫ ਸਾਹਿਬ, ਸਾਡੇ ਫੀਲਡ ਮਾਰਸ਼ਲ ਸਾਹਿਬ ਜਿਸ ਵਕਤ ਰੀਸੈਂਟਲੀ ਆਏ ਸਨ ਵਾਸ਼ਿੰਗਟਨ DC ਚ, ਤਕਰੀਬਨ 500 ਤੋਂ ਜ਼ਿਆਦਾ ਸਾਡਾ ਡਾਇਸਪੋਰਾ ਇਕੱਠਾ ਹੋ ਕੇ ਉਹਨਾਂ ਦਾ ਇਸਤਕਬਾਲ ਕੀਤਾ ਸੀ। ਉਹਦੇ ਚ ਉਹਨਾਂ ਨੇ ਬਿਲਕੁਲ ਆਪਣੀ ਸਪੀਚ ਚ ਕਿਹਾ ਸੀ ਕਿ ਸਾਡੇ ਕੋਲ ਕੀ ਰੋਡ ਮੈਪ ਹੈ, ਅਸੀਂ ਕਿਸ ਤਰ੍ਹਾਂ IMF ਜਾਂ ਆਪਣੇ ਮੁਆਸ਼ੀ ਇਸ਼ੂਜ਼ ਜਿਹੜੇ ਨੇ ਉਹਨਾਂ ਨੂੰ ਸੋਲਵ ਕਰਨਾ। ਉਹਦੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਦੱਸੀ ਸੀ ਰੇਅਰ ਅਰਥ ਮਿਨਰਲਸ ਜਿਹੜੇ ਨੇ ਪਾਕਿਸਤਾਨ ਦੀ ਤਕਦੀਰ ਤਬਦੀਲ ਕਰਨਗੇ। ਔਰ ਉਸ ਤੋਂ ਬਾਅਦ ਟ੍ਰੇਡ, ਖਾਸ ਕਰ ਡੋਨਾਲਡ ਟਰੰਪ ਸਾਹਿਬ ਤੁਸੀਂ ਇਜ਼ ਅ ਬਿਜ਼ਨਸਮੈਨ, ਔਰ ਟ੍ਰੇਡ ਅਪਰਚੁਨਿਟੀਜ਼ ਆ ਰਹੀਆਂ ਨੇ ਪਾਕਿਸਤਾਨ ਦੇ ਕੋਲ, ਡੈਫੀਨਿਟਲੀ ਯੂ ਵਿਲ ਸੀ ਇਟ। ਔਰ ਉਸ ਤੋਂ ਬਾਅਦ ਇਸ ਟਾਈਮ ਜਿਹੜਾ ਸਭ ਤੋਂ 10 ਮਈ ਤੋਂ ਬਾਅਦ ਤੁਹਾਡਾ ਸਭ ਤੋਂ ਵੱਡਾ ਟੂਲ ਜਿਹੜਾ ਬਾਹਰ ਇਸ ਟਾਈਮ ਸਾਰਟ ਆਊਟ ਦੁਨੀਆ ਚਾਹੁੰਦੀ ਹੈ ਉਹ ਤੁਹਾਡੇ ਡਿਫੈਂਸ ਇਕਵਿਪਮੈਂਟ ਨੇ। ਇਸ ਵੇਲੇ ਤੁਸੀਂ ਵੇਖਿਆ ਹੋਣਾ ਇੱਕ ਖਬਰ ਗਰਦਿਸ਼ ਕਰ ਰਹੀ ਹੈ ਕਿ ਟਰਕੀ, ਪਾਕਿਸਤਾਨ, ਮਲੇਸ਼ੀਆ ਔਰ ਸਾਊਦੀ ਅਰੇਬੀਆ ਇੱਕ ਆਪਣਾ ਫਾਈਟਰ ਜਹਾਜ਼ ਬਣਾਉਣਾ ਚਾਹੁੰਦੇ ਨੇ। ਤਾਂ ਫਿਊਚਰ ਇਜ਼ देयर। ਸਿਰਫ ਇਹ ਪਾਕਿਸਤਾਨ ਨੂੰ ਸਿਰਫ ਇੱਕ ਲੋੜ ਸੀ, ਕਿਸੇ ਖੁਸ਼ਖਬਰੀ ਦੀ ਲੋੜ ਸੀ। ਤੁਸੀਂ ਪਹਿਲੇ ਭਾਵੇਂ ਕ੍ਰਿਕਟ ਦੇ ਮੈਚ ਹਾਰ ਜਾਂਦੇ ਸੋ ਤੇ ਮਾਯੂਸ ਹੋ ਜਾਂਦੇ ਸੋ, ਚਾਹੇ ਇਹ ਖਾਸ ਕਰ ਕੈਡੀ 804 ਕਹਿ ਦਿੰਦਾ ਸੀ ਕਿ ਤੁਸੀਂ ਸ੍ਰੀਲੰਕਾ ਬਣਨ ਵਾਲੇ ਹੋ। ਇਹ ਮਾਯੂਸੀਆਂ ਸਨ। ਉਹ ਮਾਯੂਸੀਆਂ ਬਿਲਕੁਲ 10 ਮਈ ਤੋਂ ਬਾਅਦ ਸਾਫ਼ ਹੋ ਚੁੱਕੀਆਂ ਨੇ। ਔਰ ਤੁਸੀਂ ਵੇਖੋਗੇ ਉਹ ਤਾਂ ਵੈਸੇ ਸਾजिद ਤਾਲੜ ਸਾਹਿਬ ਤੁਸੀਂ ਇਸ ਟਾਈਮ ਅਮਰੀਕਾ 'ਚ ਹੋ ਨਾ? ਜੀ ਆਈ ਐਮ ਇਨ ਵਾਸ਼ਿੰਗਟਨ DC। ਵਾਸ਼ਿੰਗਟਨ DC 'ਚ ਬੈਠੇ ਹੋ ਨਾ? ਇਹਦਾ ਜਿਹੜਾ ਸਾਡਾ ਲਾਹੌਰਲਾ ਪੈਰਿਸ ਹੈ ਨਾ, ਇੱਕ ਵਾਰੀ ਇੱਧਰ ਤਾਂ ਆਓ, ਤੁਹਾਡੀਆਂ ਵੱਖੀਆਂ ਤੱਕ ਪਾਣੀ ਤੁਹਾਡਾ ਸਵਾਗਤ ਕਰੇਗਾ। ਨਹੀਂ ਇਹ ਤਾਂ ਗੱਲ ਵੇਖੋ ਇਸ ਟਾਈਮ ਵੇਖੋ ਇੱਕ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਗੱਲ। ਇਸ ਵੇਲੇ ਫਲੱਡ ਹਰ ਪਾਸੇ ਸਾਡੇ ਇੱਥੇ ਤੁਸੀਂ ਵੇਖਿਆ ਹੋਣਾ, ਇੱਥੇ ਸਾਡੇ ਕੋਲ ਫਲੱਡ ਆਇਆ, ਸਾਡੇ 80 ਬੰਦੇ ਜਿਹੜੇ ਨੇ ਉਹ ਕੈਂਪ ਕਰ ਰਹੇ ਸਨ ਦਰਿਆ ਦੇ ਨੇੜੇ। ਤੇ ਇਹ ਤੇ ਫਿਰ ਵੇਖੋ ਇਹ ਤੇ ਹੁੰਦਾ ਰਹਿੰਦਾ। ਲੇਕਿਨ ਲਾਹੌਰ ਇਸ ਟਾਈਮ ਤੁਸੀਂ ਇੱਥੇ, ਮੈਂ ਜਦੋਂ ਵੀ ਲਾਹੌਰ ਗਿਆ ਮੈਂ ਉਹਨੂੰ ਇੰਪਰੂਵ ਹੁੰਦਾ ਵੇਖਿਆ। ਮੈਨੂੰ ਬਿਲਕੁਲ ਦੁਬਈ ਤੇ ਲਾਹੌਰ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਲੇਕਿਨ ਇਹ ਕਿ ਵੇਖੋ ਨਾ ਮਸਾਇਲ ਤੇ ਹਰ ਕੌਮ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ। ਇਹ ਬਾਰਿਸ਼ਾਂ ਹੋਣੀਆਂ ਜਿਹੜੀਆਂ ਨੇ, ਇਹ ਮੂਨਸੂਨ ਪੀਰੀਅਡ ਹੈ, ਸਾਨੂੰ ਮੇਰੇ ਖਿਆਲ ਤਿਆਰ ਰਹਿਣਾ ਚਾਹੀਦਾ। ਕਲਾਈਮੇਟ ਚੇਂਜ ਜਿਹੜਾ ਨਾ ਉਹਦੇ ਕਰਕੇ। ਅੱਛਾ ਮੈਨੂੰ ਇੱਕ ਬੜਾ ਇੰਪੋਰਟੈਂਟ ਕੁਐਸਚਨ ਪੁੱਛਣਾ ਚਾਹਨੀ ਹੈ। ਵੈਸੇ ਹਰ ਬੰਦੇ ਦਾ ख्वाब ਹੁੰਦਾ ਹੈ ਅਮਰੀਕਾ ਜਾਣਾ, ਠੀਕ ਹੈ, ਔਰ ਤੁਹਾਨੂੰ ਪਤਾ ਹੈ ਕਿ ਇਮੀਗ੍ਰੇਸ਼ਨ ਦੇ ਮਾਮਲਾ ਜਿਹੜੇ ਨੇ ਉਹ ਪਾਕਿਸਤਾਨੀਆਂ ਵਾਸਤੇ ਬੜੇ ਸਖਤ ਸੀ, ਔਰ ਉਹਨਾਂ ਸਾਰੀ ਚੀਜ਼ਾਂ ਤੇ ਪੂਰਾ ਉਤਰਨਾ ਹਰ ਪਾਕਿਸਤਾਨੀ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ, ਕਿਉਂਕਿ ਹੁਣ ਤਾਲੁਕਾਤ ਜਿਹੜੇ ਨੇ ਨਾ ਉਹ ਅੱਛੇ ਹੋ ਰਹੇ ਆ, ਮਜ਼ੀਦ ਬਿਹਤਰੀ ਵੱਲ ਜਾ ਰਹੇ ਆ। ਤੇ ਇਮੀਗ੍ਰੇਸ਼ਨ ਵਾਸਤੇ ਕਿ ਪਾਕਿਸਤਾਨੀਆਂ ਨੂੰ ਕੋਈ ਸਹੂਲਤਾਂ ਦਿੱਤੀਆਂ ਜਾਣਗੀਆਂ? ਪਾਕਿਸਤਾਨੀਆਂ ਨੂੰ ਕੀ ਆਸਾਨੀ ਅਮਰੀਕਾ ਦੇ ਵੀਜ਼ੇ ਮਿਲ ਸਕਣਗੇ? ਮੈਂ ਹਾਈਲੀ ਰეკਮੈਂਡ ਕਰਾਂਗਾ ਤੁਸੀਂ ਆਓ ਇੱਥੇ। ਖਾਸ ਕਰ ਇੱਕ ਤੇ ਸਟੂਡੈਂਟ ਲਾਜ਼ਮੀ ਆਉਣੇ ਚਾਹੀਦੇ ਨੇ ਇੱਥੇ। ਸਟੂਡੈਂਟਾਂ ਨੂੰ ਇਨਕਰੇਜ ਕੀਤਾ ਜਾਂਦਾ ਹੈ ਹਮੇਸ਼ਾ, ਔਰ ਬਹੁਤ ਤਾਦਾਦ ਹੈ ਪਾਕਿਸਤਾਨ ਦੀ ਜਿਹੜੀ ਇੱਥੇ ਆਉਂਦੀ ਹਰ ਸਾਲ। ਦੂਸਰਾ ਮੈਂ ਕਹਾਂਗਾ ਕਿ ਬਿਜ਼ਨਸ ਕਰੋ। ਬਿਜ਼ਨਸ ਦੇ ਨਹੀਂ, ਪਾਲਿਸੀ ਦੇ ਵਿੱਚ ਕੁਝ ਰੱਦੋ-ਬਦਲ ਕੀਤਾ ਜਾਏਗਾ? ਜੋ ਆਪਣੀ ਪਾਲਿਸੀ ਚ ਰੱਦੋ-ਬਦਲ ਥੋੜਾ ਜਿਹਾ ਇਸ ਟਾਈਮ ਇੱਕ ਪ੍ਰੋਪੇਗੈਂਡਾ, ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਗਈ ਕਿ ਸ਼ਾਇਦ ਟਫਨੈਸ ਹੈ। ਟਫਨੈਸ ਨਹੀਂ ਹੈ। ਇੱਕ ਚੀਜ਼ ਜਿਹੜੀ ਮੈਂ ਦੱਸਣਾ ਚਾਹਾਂਗਾ, ਤੁਹਾਡੇ ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਨੇ ਉਹ ਵੇਖੇ ਜਾਂਦੇ ਨੇ ਵੀਜ਼ੇ ਦੇ ਟਾਈਮ। ਇਫ ਯੂ ਹੈਵ ਤੁਸੀਂ ਅਗਰ ਅਮਰੀਕਾ ਦੇ ਖਿਲਾਫ ਕੁਝ ਚੀਜ਼ਾਂ ਕੀਤੀਆਂ ਨੇ ਤਾਂ ਅਲਟੀਮੇਟਲੀ ਵੀਜ਼ਾ ਟਫ ਹੋਏਗਾ ਤੁਹਾਡੇ ਵਾਸਤੇ। ਇਸ ਤੋਂ ਇਲਾਵਾ ਨਹੀਂ ਹੈ ਬੈਕਗ੍ਰਾਉਂਡ ਚੈੱਕਅਪ ਜਿਹੜਾ ਹੈ ਉਹ ਪਹਿਲੇ ਵੀ ਹੁੰਦਾ ਸੀ, ਬੈਕਗ੍ਰਾਉਂਡ ਚੈੱਕ ਹੁਣ ਵੀ ਕਰਦੇ ਨੇ, ਲੇਕਿਨ ਇੱਕ ਕੋਈ ਪਰਟੀਕੂਲਰ ਐਸੀ ਕੋਈ ਚੀਜ਼ ਨਹੀਂ ਕੀਤੀ ਗਈ ਜਿਹਦੀ ਵਜ੍ਹਾ ਤੋਂ ਪਾਕਿਸਤਾਨ 'ਚ ਕੋਈ ਸਖਤੀ ਹੋਵੇ। ਲੇਕਿਨ ਫਿਊਚਰ ਦੇ ਵਿੱਚ ਵੇਖੋ ਨਾ ਇਹ ਮਿਊਚੁਅਲ ਰਿਲੇਸ਼ਨਸ਼ਿਪ ਹੁੰਦੇ ਨੇ। ਪਾਕਿਸਤਾਨ ਅਮਰੀਕਾ ਦੇ ਅਗਰ ਫਾਰਨ ਪਾਲਿਸੀ ਇੱਕ ਦੂਜੇ ਨਾਲ ਅਲਾਈਨਡ ਹੋਏਗੀ, ਸਿੰਕ ਕਰੇਗੀ, ਤਾਂ ਜ਼ਾਹਿਰ ਵੀਜ਼ੇ ਵੀ ਤੁਹਾਡੇ ਵਾਸਤੇ ਸੌਖੇ ਹੋਣਗੇ। ਇਸ ਟਾਈਮ ਵੀ ਸਟੂਡੈਂਟ ਆ ਰਹੇ ਨੇ, ਬਹੁਤ ਤਾਦਾਦ ਦੇ ਵਿੱਚ ਆ ਰਹੇ ਨੇ, ਔਰ ਮੈਂ ਰਿਕਮੈਂਡ ਕਰਾਂਗਾ ਤੁਸੀਂ ਆਓ। ਇਹਦੇ 'ਚ ਕੋਈ ਸ਼ੱਕ ਨਹੀਂ, ਅਮਰੀਕਾ ਇਜ਼ ਸਟਿਲ ਅ ਲੈਂਡ ਆਫ ਓਪਰਚੁਨਿਟੀਜ਼। ਇੱਕ ਸਵਾਲ ਤੁਹਾਡੇ ਕੋਲ ਹੋਰ ਪੁੱਛਣਾ ਚਾਹਾਂਗੀ, ਕਿਉਂਕਿ ਅੱਜ ਕੱਲ੍ਹ ਡੋਨਾਲਡ ਟਰੰਪ ਸਾਹਿਬ ਜਿਹੜਾ ਨਾ ਉਹ ਹਰ ਪਾਸੇ ਹੀ
ਸਾਲਸੀ ਦਾ ਕਿਰਦਾਰ ਅਦਾ ਕਰਦੇ ਪਏ ਨੇ। ਔਰ ਤੁਹਾਨੂੰ ਕੀ ਲੱਗਦਾ ਹੈ ਕਿ ਪਾਕਿਸਤਾਨ ਜਿਹੜਾ ਦੌਰਾ ਹੈ ਉਹ ਮਸਲਾ ਕਸ਼ਮੀਰ ਤੇ ਕਿਸੇ ਕਿਸਮ ਦੀ ਸਾਲਸੀ ਦਾ ਕਿਰਦਾਰ ਅਦਾ ਕਰ ਸਕਦਾ ਹੈ ਜਾਂ ਸਿਰਫ ਲਫ਼ਜ਼ੀ ਜ਼ੁਬਾਨੀ ਗੱਲਾਂ ਹੀ ਨੇ ਬਸ? ਵੇਖੋ ਇਸ ਵਕਤ ਤੁਹਾਨੂੰ ਮੈਂ ਦੱਸਾਂ 12-13 ਵਾਰੀ ਡੋਨਾਲਡ ਟਰੰਪ ਸਾਹਿਬ ਇੰਡੀਆ ਦੀ ਮੁਖਾਲਫਤ ਦੇ ਬਾਵਜੂਦ ਸੀਜ਼ ਫਾਇਰ ਦੇ ਵਿੱਚ ਜਿਹੜੀ ਉਹਨਾਂ ਨੇ ਜ਼ਿਕਰ ਕਰਦੇ ਰਹੇ ਨੇ, ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ। ਜੀ। ਉਹਨਾਂ ਨੇ ਇਸ ਟਾਈਮ ਕਸ਼ਮੀਰ ਦੀ ਇਤਨੀ ਵਾਰੀ ਗੱਲ ਕੀਤੀ ਕਿ ਇਹ ਸਾਰੀ ਦੁਨੀਆ ਦੇ ਸਾਹਮਣੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਇਹ ਮਸਲਾ ਸਾਹਮਣੇ ਆ ਚੁੱਕਿਆ ਹੈ। ਔਰ ਉਸ ਤੋਂ ਬਾਅਦ ਡੋਨਾਲਡ ਟਰੰਪ ਸਾਹਿਬ ਰਿਕਗਨਾਈਜ਼ ਕਰਦੇ ਨੇ ਕਿ ਇਸ ਰੀਜਨ ਦੇ ਵਿੱਚ ਪੀਸ ਨਹੀਂ ਆ ਸਕਦਾ ਜਿੰਨਾ ਚਿਰ ਕਸ਼ਮੀਰ ਦਾ ਮਸਲਾ ਹੱਲ ਨਾ ਕੀਤਾ ਜਾਏ। ਹਾਲਾਂਕਿ ਇਸ ਟਾਈਮ ਇੰਡੀਆ ਵਾਲੇ ਪਾਸਿਓਂ ਸਿਰਫ ਔਰ ਸਿਰਫ ਇਸ ਚੀਜ਼ ਦੀ ਮੁਖਾਲਫਤ ਕੀਤੀ ਜਾਂਦੀ ਸੀਜ਼ ਫਾਇਰ ਦੀ, ਕਿਉਂਕਿ ਯੂਨਾਈਟਿਡ ਨੇਸ਼ਨਸ ਜਿਹੜਾ ਰੈਜ਼ੋਲੂਸ਼ਨ ਹੈ ਉਹਦੇ ਥਰਡ ਪਾਰਟੀ ਇਨਵੋਲਵਮੈਂਟ ਜਿਹੜੀ ਹੈ ਉਹ ਨਹੀਂ ਹੈ। ਔਰ ਅਗਰ ਉਹ ਰਿਕਗਨਾਈਜ਼ ਕਰਨਗੇ ਦੈਨ ਇਟ ਵਿਲ ਕੰਪਲੀਟਲੀ ਚੇਂਜ ਦਾ ਹੋਲ ਸਿਨੈਰੀਓ। ਲੇਕਿਨ ਮੇਰੇ ਖਿਆਲ ਦੇ ਵਿੱਚ ਡੋਨਾਲਡ ਟਰੰਪ ਸਾਹਿਬ ਜਿਸ ਟਾਈਮ ਮੈਂ ਤੁਹਾਨੂੰ ਕਿਹਾ ਸੀ ਕਿ ਇਸ ਟਾਈਮ ਉਹ ਯਾਲਟਾ 2 ਹੋਏਗਾ, ਜਿਹਦੇ ਵਿੱਚ ਮੈਂ ਅਰਜ਼ ਕਰਨਾ ਚਾਹਾਂਗਾ ਕਿ ਨਾ ਸਿਰਫ ਉਹ ਪ੍ਰੈਜ਼ੀਡੈਂਟ ਪੁਟਿਨ ਨੂੰ ਮਿਲਣਗੇ, ਪ੍ਰੈਜ਼ੀਡੈਂਟ ਸ਼ੀ ਨੂੰ ਮਿਲਣਗੇ, ਔਰ ਦੁਨੀਆ ਦੇ ਵਿੱਚ ਮਸਾਇਲ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਡਿਸਕਸ ਕੀਤਾ ਜਾਏਗਾ। ਕਸ਼ਮੀਰ ਇਜ਼ ਅ ਬਿਗ ਪ੍ਰੋਬਲਮ। ਇਸ ਤੋਂ ਬਗੈਰ ਨਾ ਚਾਈਨਾ ਦਾ ਕੋਈ ਸੋਲੂਸ਼ਨ ਚਾਈਨਾ ਦਾ ਨਿਕਲ ਪਾਏਗਾ, ਨਾ ਪਾਕਿਸਤਾਨ ਦਾ ਤੇ ਨਾ ਹੀ ਅਮਰੀਕਾ ਦਾ। ਮੇਰੇ ਖਿਆਲ ਦੇ ਵਿੱਚ ਕਸ਼ਮੀਰ ਵਿਲ ਬੀ ਰਿਜ਼ੋਲਵਡ ਵਿਦਨ ਫਿਊ ਈਅਰਸ। ਐਬਸੋਲੂਟਲੀ ਯੈਸ। ਅੱਛਾ ਸਾजिद तारड़ साहब बहुत शुक्रिया, ਤੁਸੀਂ ਤਫਸੀਲੀ ਤੌਰ ਤੇ ਗੱਲਬਾਤ ਕੀਤੀ। ਔਰ ਨਾਜ਼ਰੀਨ ਇੱਥੇ ਹੀ ਪ੍ਰੋਗਰਾਮ ਦਾ ਵਕਤ ਜਿਹੜਾ ਨਾ ਖਤਮ ਹੋ ਗਿਆ। ਤੁਹਾਡੇ ਨਾਲ ਮੁਲਾਕਾਤ ਹੋਏਗੀ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਲਈ ਅੱਲਾ ਨਿਗਹਿਬਾਨ।